ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੱਲ ਕਰਾਂਗੇ ਸਿੱਖਾਂ ਦੀ ਤਬਾਹੀ ਨੂੰ ਸੂਚਿਤ ਕਰਨ ਵਾਲੀਆਂ ਦੋ ਘਟਨਾਵਾਂ ਜਿਨ੍ਹਾਂ ਨੂੰ ਘੱਲੂਘਾਰਿਆਂ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਇੱਕ ਸੰਨ 1746 ਈਸਵੀ ਵਿੱਚ ਵਾਪਰਿਆ ਅਤੇ ਦੂਜਾ ਸੰਨ 1762 ਈਸਵੀ ਵਿੱਚ ਹੋਇਆ। ਜਾਨੀ ਨੁਕਸਾਨ ਦੇ ਮੱਦੇ-ਨਜ਼ਰ ਪਹਿਲੇ ਨੂੰ ਛੋਟਾ ਅਤੇ ਦੂਜੇ ਨੂੰ ਵੱਡਾ ਘੱਲੂਘਾਰਾ ਕਿਹਾ ਜਾਣ ਲੱਗਿਆ। ਵੱਡਾ ਘੱਲੂਘਾਰਾ ਕੇਵਲ ਇੱਕ ਦਿਨ ਵਿੱਚ ਵਾਪਰਿਆ, ਜਦਕਿ ਛੋਟਾ ਘੱਲੂਘਾਰਾ ਸੰਨ 1746 ਈਸਵੀ ਦੇ ਮਾਰਚ ਤੋਂ ਲੈ ਕੇ ਮਈ ਦੇ ਮਹੀਨੇ ਤੱਕ ਪਸਰਿਆ ਰਿਹਾ। ਛੋਟੇ ਘੱਲੂਘਾਰੇ ਦਾ ਪਿਛੋਕੜ ਕੁਝ ਇਸ ਪ੍ਰਕਾਰ ਹੈ। ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੀ ਮੌਤ 1 ਜੁਲਾਈ ਸੰਨ 1745 ਈਸਵੀ ਵਿੱਚ ਹੋ ਗਈ। ਉਹ ਸਿੱਖਾਂ ਦਾ ਕੱਟੜ ਵੈਰੀ ਸੀ। ਉਸ ਦੇ ਸ਼ਾਸਨ ਕਾਲ ਵਿੱਚ ਅਰਥਾਤ 1726 ਤੋਂ ਲੈ ਕੇ 1745 ਦੇ ਵਿੱਚ ਹਜ਼ਾਰਾਂ ਸਿੱਖ ਕਤਲ ਕਰ ਦਿੱਤੇ ਗਏ। ਉਸਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸਨ। ਸਿੱਖਾਂ ਦੇ ਥਾਂ ਟਿਕਾਣਿਆਂ ਦੀ ਖਬਰ ਦੇਣ ਵਾਲਿਆਂ ਅਥਵਾ ਉਹਨਾਂ ਨੂੰ ਜ਼ਿੰਦਾ ਪਕੜ ਕੇ ਲਿਆਉਣ ਵਾਲਿਆਂ ਨੂੰ ਭਾਰੀ ਇਨਾਮ ਦਿੱਤੇ ਜਾਂਦੇ ਸਨ। ਉਸ ਦੀਆਂ ਇਹਨਾਂ ਕਾਰਵਾਈਆਂ ਵਿੱਚ ਉਸ ਦਾ ਵੱਡਾ ਵਜ਼ੀਰ ਦੀਵਾਨ ਲਖਪਤ ਰਾਏ ਪੂਰੀ ਤਰ੍ਹਾਂ ਨਾਲ ਸ਼ਾਮਿਲ ਸੀ। ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ ਅਤੇ ਭਾਈ ਮਹਿਤਾਬ ਸਿੰਘ ਮੀਰਾ ਕੋਟੀਏ ਨੂੰ ਜ਼ਕਰੀਆ ਖਾਨ ਦੇ ਹੁਕਮ ਨਾਲ ਹੀ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀ। ਜ਼ਕਰੀਆ ਖਾਨ ਦੀ ਮੌਤ ਮਗਰੋਂ ਪੰਜਾਬ ਵਿੱਚ ਪੈਦਾ ਹੋਈ ਅਸਥਿਰਤਾ ਦਾ ਲਾਭ ਉਠਾਉਂਦਿਆਂ ਸਿੱਖ ਜਥਿਆਂ ਨੇ ਲਾਹੌਰ ਦੇ ਆਸ-ਪਾਸ ਦੇ ਇਲਾਕਿਆਂ ਤੇ ਹਮਲੇ ਤੇਜ਼ ਕਰ ਦਿੱਤੇ ਸਨ। ਉਹਨਾਂ ਦਾ ਇੱਕ ਦਸਤਾ ਮੋਚੀ ਦਰਵਾਜ਼ੇ ਰਾਹੀਂ ਸ਼ਹਿਰ ਵਿੱਚ ਦਾਖਲ ਹੋਇਆ। ਉਹਨਾਂ ਨੇ ਨਾ ਸਿਰਫ ਆਪਣੀ ਲੋੜ ਦੀਆਂ ਚੀਜ਼ਾਂ ਹੀ ਦੁਕਾਨਦਾਰਾਂ ਤੋਂ ਖੋਹੀਆਂ, ਸਗੋਂ ਉਹਨਾਂ ਨੇ ਕਾਜ਼ੀਆਂ ਤੇ ਮੁਫਤੀਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ, ਜਿਨ੍ਹਾਂ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਝੂਠੇ ਫਤਵੇ ਜਾਰੀ ਕੀਤੇ ਸਨ। ਲਾਹੌਰ ਦਰਬਾਰ ਲਈ ਸਿੱਖਾਂ ਦਾ ਇਹ ਹਮਲਾ ਉਹਨਾਂ ਦੇ ਵਕਾਰ ਨੂੰ ਭਾਰੀ ਸੱਟ ਸੀ। ਜ਼ਕਰੀਆ ਖਾਨ ਦੀ ਮੌਤ ਮਗਰੋਂ ਉਸ ਦਾ ਵੱਡਾ ਪੁੱਤਰ ਯਾਹੀਆ ਖਾਨ ਪੰਜਾਬ ਦਾ ਨਵਾਂ ਸੂਬੇਦਾਰ ਬਣਿਆ। ਸਿੱਖਾਂ ਪ੍ਰਤੀ ਉਸ ਦੀ ਸੋਚ ਅਤੇ ਰਵੱਈਆ ਬਿਲਕੁਲ ਉਸੇ ਤਰ੍ਹਾਂ ਦਾ ਸੀ ਜਿਵੇਂ ਉਸ ਦੇ ਪਿਤਾ ਜ਼ਕਰੀਆ ਖਾਨ ਅਤੇ ਦਾਦਾ ਅਬਦੁਲ ਸਮਦ ਖਾਨ ਕਰਿਆ ਕਰਦੇ ਸਨ। ਉਸਨੇ ਲਾਹੌਰ ਦੀ ਸੂਬੇਦਾਰੀ ਸੰਭਾਲਦਿਆਂ ਹੀ ਸਖਤੀ ਦਾ ਦੌਰ ਫਿਰ ਸ਼ੁਰੂ ਕਰ ਦਿੱਤਾ। ਉਸ ਦਾ ਸਭ ਤੋਂ ਪਹਿਲਾ ਨਿਸ਼ਾਨਾ ਸਰਦਾਰ ਸੁਬੇਗ ਸਿੰਘ ਅਤੇ ਸ਼ਹਬਾਜ਼ ਸਿੰਘ ਸਨ, ਜਿਨ੍ਹਾਂ ਵਿਰੁੱਧ ਕਾਜ਼ੀ ਵੱਲੋਂ ਜਾਰੀ ਕੀਤੇ ਗਏ ਫਤਵੇ ਨੂੰ ਆਧਾਰ ਬਣਾ ਕੇ ਉਹਨਾਂ ਦੋਹਾਂ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਭਾਈ ਸੁਬੇਗ ਸਿੰਘ ਜ਼ਕਰੀਆ ਖਾਨ ਦੇ ਸਮੇਂ ਲਾਹੌਰ ਦੇ ਕੋਤਵਾਲ ਵੀ ਰਹਿ ਚੁੱਕੇ ਸਨ ਅਤੇ ਸਰਕਾਰ ਦੁਆਰਾ ਖਾਲਸੇ ਨੂੰ ਜਾਗੀਰ ਦੇਣ ਦੀ ਪੇਸ਼ਕਸ਼ ਲੈ ਕੇ ਅੰਮ੍ਰਿਤਸਰ ਵੀ ਗਏ ਸਨ। ਉਹਨਾਂ ਦਾ ਸਿੱਖ ਅਤੇ ਗੈਰ ਸਿੱਖ ਹਲਕਿਆਂ ਵਿੱਚ ਚੰਗਾ ਸਤਿਕਾਰ ਸੀ। ਸਖਤੀਆਂ ਦਾ ਦੌਰ ਸ਼ੁਰੂ ਹੁੰਦਿਆਂ ਹੀ ਸਿੱਖ ਆਪਣੇ ਘਰਾਂ ਨੂੰ ਛੱਡ ਕੇ ਜੰਗਲਾਂ ਅਤੇ ਲੁਕਵੇਂ ਟਿਕਾਣਿਆਂ ਤੇ ਚਲੇ ਗਏ ਅਤੇ ਰੁੱਖੀ ਸੁੱਖੀ ਖਾ ਕੇ ਡੰਗ ਟਪਾਉਣ ਲੱਗ ਪਏ। ਜ਼ਕਰੀਆ ਖਾਨ ਅਤੇ ਯਾਹੀਆ ਖਾਨ ਦੇ ਸਮੇਂ ਲਾਹੌਰ ਦਰਬਾਰ ਵਿੱਚ ਦੋ ਹਿੰਦੂ ਭਰਾਵਾਂ ਦੀਵਾਨ ਲਖਪਤ ਰਾਏ ਅਤੇ ਜਸਪਤ ਰਾਏ ਦੀ ਬੜੀ ਚੜ੍ਹਤ ਸੀ। ਜੇ ਦੀਵਾਨ ਲਖਪਤ ਰਾਏ ਲਾਹੌਰ ਦੇ ਸੂਬੇ ਦਾ ਵੱਡਾ ਵਜ਼ੀਰ, ਇੱਕ ਤਰ੍ਹਾਂ ਨਾਲ ਗ੍ਰਹਿ ਮੰਤਰੀ ਅਤੇ ਖੇਤੀ ਅਤੇ ਲਗਾਨ ਵਸੂਲ ਕਰਨ ਵਾਲੇ ਮਹਿਕਮੇ ਦਾ ਮੁਖੀ ਸੀ, ਤਾਂ ਜਸਪਤ ਰਾਏ ਐਮਨਾਬਾਦ ਦੇ ਇਲਾਕੇ ਦਾ ਫੌਜਦਾਰ ਸੀ। ਐਮਨਾਬਾਦ ਲਾਹੌਰ ਤੋਂ 55 ਕਿਲੋਮੀਟਰ ਉੱਤਰ ਵੱਲ ਹੈ। ਇਹ ਉਹੀ ਥਾਂ ਸੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸ਼ੁਰੂ ਕਰਨ ਤੋਂ ਪਹਿਲੇ ਭਾਈ ਲਾਲੋ ਜੀ ਨੂੰ ਮਿਲੇ ਸਨ ਅਤੇ ਦੂਜੀ ਵਾਰ ਉਹਨਾਂ ਨੇ ਬਾਬਰ ਦੇ ਹਮਲੇ ਵੇਲੇ ਇਸ ਨਗਰ ਨੂੰ ਆਪਣੀ ਅੱਖੀਂ ਤਬਾਹ ਹੁੰਦੇ ਵੇਖਿਆ ਸੀ। ਜਸਪਤ ਰਾਏ ਵੀ ਆਪਣੇ ਭਰਾ ਵਾਂਗ ਹੰਕਾਰੀ ਅਤੇ ਜ਼ਾਲਿਮ ਸੀ। ਦੋਵੇਂ ਭਰਾ ਆਪਣੀਆਂ ਪਦਵੀਆਂ ਤੇ ਬਣੇ ਰਹਿਣ ਲਈ ਸਿੱਖਾਂ ਦੇ ਵਿਰੋਧੀ ਬਣ ਗਏ ਸਨ ਅਤੇ ਹਕੂਮਤ ਦੀ ਸ਼ਹਿ ਅਤੇ ਮਦਦ ਨਾਲ ਸਿੱਖਾਂ ਨੂੰ ਕੁਚਲ ਦੇਣਾ ਚਾਹੁੰਦੇ ਸਨ। 1746 ਦੇ ਸ਼ੁਰੂ ਵਿੱਚ ਸਿੱਖਾਂ ਦਾ ਇੱਕ ਦਸਤਾ ਲਾਹੌਰ ਦਰਬਾਰ ਦੀਆਂ ਸਖਤੀਆਂ ਤੋਂ ਬਚਦਾ ਬਚਾਉਂਦਾ ਕਿਸੇ ਟਿਕਾਣੇ ਅਤੇ ਭੋਜਨ ਦੀ ਤਲਾਸ਼ ਵਿੱਚ ਐਮਨਾਬਾਦ ਵੱਲ ਆ ਨਿਕਲਿਆ। ਉਹਨਾਂ ਨੇ ਪਿੰਡ ਬਦੋਕੀ ਗੁਸਾਈਆਂ ਵਿਖੇ ਪੜਾਅ ਕੀਤਾ। ਇਹ ਥਾਂ ਐਮਨਾਬਾਦ ਦੇ ਉੱਤਰ ਵੱਲ ਕਰੀਬ 25 ਕਿਲੋਮੀਟਰ ਦੀ ਵਿੱਥ ਤੇ ਸੀ। ਉਹਨਾਂ ਦਿਨਾਂ ਵਿੱਚ ਜਸਪਤ ਰਾਏ ਆਪਣੀ ਫੌਜੀ ਟੁਕੜੀ ਨਾਲ ਪਿੰਡ ਪੋਖਰਨ ਠਹਿਰਿਆ ਹੋਇਆ ਸੀ। ਇਤਿਹਾਸਕਾਰ ਅਲੀਉਦੀਨ ਲਿਖਦੇ ਹਨ ਕਿ ਪਿੰਡ ਗੋਂਦਲਾਵਾਲਾ ਦੇ ਕੁਝ ਬੰਦਿਆਂ ਨੇ ਜਸਪਤ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਸਿੱਖਾਂ ਦੇ ਜੱਥੇ ਨੇ ਸਾਡੀਆਂ ਭੇਡ ਬੱਕਰੀਆਂ ਖੋਹ ਲਈਆਂ ਹਨ ਅਤੇ ਹੁਣ ਉਹਨਾਂ ਨੂੰ ਮਾਰ ਕੇ ਭੋਜਨ ਤਿਆਰ ਕਰਨ ਦੇ ਆਹਰ ਲੱਗੇ ਹੋਏ ਹਨ। ਪਰ ਇਤਿਹਾਸਕਾਰ ਡਾਕਟਰ ਰਤਨ ਸਿੰਘ ਭੰਗੂ ਲਿਖਦੇ ਹਨ ਕਿ ਇਹ ਭੁੱਖੇ ਪਾਣੇ ਸਿੰਘ, ਬੱਚੇ ਅਤੇ ਬੀਬੀਆਂ ਜਸਪਤ ਰਾਏ ਕੋਲ ਸ਼ਹਿਰ ਵਿੱਚੋਂ ਕੁਝ ਰਾਸ਼ਨ ਖਰੀਦਣ ਦੀ ਆਗਿਆ ਲੈਣੀ ਚਾਹੁੰਦੇ ਸਨ। ਜਸਪਤ ਰਾਏ ਨੇ ਅਜਿਹੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਨਾਲ ਹੀ ਸਿੱਖਾਂ ਨੂੰ ਇਹ ਹੁਕਮ ਵੀ ਦੇ ਦਿੱਤਾ ਕਿ ਇਹ ਥਾਂ ਹੁਣੇ ਹੀ ਛੱਡ ਕੇ ਕਿਤੇ ਹੋਰ ਚਲੇ ਜਾਓ। ਸਿੱਖ ਕਈ ਦਿਨਾਂ ਦੇ ਭੁੱਖੇ ਸਨ। ਉਹ ਭੋਜਨ ਤਿਆਰ ਕਰ ਰਹੇ ਸਨ। ਉਹਨਾਂ ਜਸਪਤ ਰਾਏ ਕੋਲ ਇਹ ਬੇਨਤੀ ਕਹਿਲਵਾ ਭੇਜੀ ਕਿ ਅਸੀਂ ਅੱਜ ਦੀ ਰਾਤ ਇੱਥੇ ਰੁਕ ਕੇ ਸਵੇਰ ਹੁੰਦਿਆਂ ਹੀ ਇੱਥੋਂ ਚਲੇ ਜਾਵਾਂਗੇ। ਇਹ ਗੱਲ ਸੁਣ ਕੇ ਜਸਪਤ ਰਾਏ ਨੂੰ ਗੁੱਸਾ ਆ ਗਿਆ ਅਤੇ ਹੁਣ ਉਹ ਆਪਣਾ ਹੁਕਮ ਮਨਵਾਉਣ ਲਈ ਹਾਥੀ ਤੇ ਸਵਾਰ ਹੋ ਕੇ ਆਪਣੀ ਫੌਜੀ ਟੁਕੜੀ ਲੈ ਕੇ ਸਿੱਖਾਂ ਦੇ ਕੈਂਪ ਉੱਤੇ ਟੁੱਟ ਪਿਆ। ਅੱਗੋਂ ਸਿੱਖ ਵੀ ਮੁਕਾਬਲਾ ਕਰਨ ਲਈ ਤਿਆਰ ਹੋ ਗਏ। ਬਹੁਤੇ ਹਥਿਆਰ ਕੋਲ ਨਾ ਹੋਣ ਦੇ ਬਾਵਜੂਦ ਵੀ ਸਿੱਖਾਂ ਨੇ ਜਸਪਤ ਦੀਆਂ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ। ਇਸੇ ਲੜਾਈ ਦੌਰਾਨ ਇੱਕ ਰੰਗਰੇਟਾ ਸਿੰਘ ਨਿਭਾਓ ਸਿੰਘ ਉਸ ਹਾਥੀ ਦੀ ਪੂਛ ਪਕੜ ਕੇ ਉਸ ਦੀ ਪਿੱਠ ਉੱਤੇ ਚੜ੍ਹ ਗਿਆ ਜਿਸ ਉੱਤੇ ਜਸਪਤ ਰਾਏ ਸਵਾਰ ਸੀ।
ਉਸਨੇ ਇੱਕੋ ਹੀ ਝਟਕੇ ਨਾਲ ਜਸਪਤ ਦਾ ਸਿਰ ਵੱਢ ਲਿਆ ਅਤੇ ਜੈਕਾਰਾ ਬੁਲਾਉਂਦਾ ਹੋਇਆ ਥੱਲੇ ਉਤਰ ਆਇਆ। ਜਸਪਤ ਦੇ ਮਰਦਿਆਂ ਹੀ ਉਸਦੇ ਸੈਨਿਕਾਂ ਵਿੱਚ ਭਗਦੜ ਮਚ ਗਈ ਅਤੇ ਉਹ ਮੈਦਾਨ ਛੱਡ ਕੇ ਭੱਜ ਗਏ। ਜਸਪਤ ਦਾ ਸਿਰ ਬਦੋਕੇ ਦੇ ਗੁਸਾਈ ਕਿਰਪਾ ਰਾਮ ਨੇ ਸਿੱਖਾਂ ਕੋਲੋਂ 500 ਰੁਪਏ ਦੇ ਕੇ ਲੈ ਲਿਆ। ਜਿੱਥੇ ਉਸਦੇ ਸਿਰ ਅਤੇ ਧੜ ਦਾ ਸੰਸਕਾਰ ਕੀਤਾ ਗਿਆ, ਉੱਥੇ ਉਸਦੇ ਭਰਾ ਲਾਹੌਰ ਦੇ ਦੀਵਾਨ ਲਖਪਤ ਰਾਏ ਨੇ ਇੱਕ ਸਮਾਧ ਬਣਵਾ ਦਿੱਤੀ ਅਤੇ ਪ੍ਰਣ ਕੀਤਾ ਕਿ ਜਿਨ੍ਹਾਂ ਸਿੰਘਾਂ ਨੇ ਮੇਰੇ ਭਰਾ ਨੂੰ ਮਾਰਿਆ ਹੈ, ਮੈਂ ਉਹਨਾਂ ਅਤੇ ਉਹਨਾਂ ਦੇ ਪੰਥ ਦਾ ਖੁਰਾ ਖੋਜ ਮਿਟਾ ਕੇ ਹਿੱਸਾ ਲਵਾਂਗਾ। ਆਪਣੇ ਭਰਾ ਦੀ ਮੌਤ ਕਾਰਨ ਲਖਪਤ ਰਾਏ ਦੇ ਤਨ ਮਨ ਵਿੱਚ ਅੱਗ ਲੱਗੀ ਹੋਈ ਸੀ। ਲਖਪਤ ਰਾਏ ਫਰਿਆਦੀ ਬਣ ਕੇ ਲਾਹੌਰ ਦੇ ਸੂਬੇਦਾਰ ਯਾਹੀਆ ਖਾਂ ਕੋਲ ਚਲਾ ਗਿਆ ਅਤੇ ਸਿਰ ਤੋਂ ਪੱਗ ਲਾ ਕੇ ਉਸਦੇ ਪੈਰਾਂ ਵਿੱਚ ਰੱਖ ਦਿੱਤੀ ਅਤੇ ਕਹਿਣ ਲੱਗਾ, ਹੁਣ ਮੈਂ ਇਹ ਪੱਗ ਉਦੋਂ ਤੱਕ ਸਿਰ ਤੇ ਨਹੀਂ ਰੱਖਾਂਗਾ ਜਦ ਤੱਕ ਖਾਲਸਾ ਪੰਥ ਦਾ ਖਾਤਮਾ ਨਹੀਂ ਕਰ ਲੈਂਦਾ। ਉਸਨੇ ਇਹ ਵੀ ਕਿਹਾ ਕਿ ਇਸ ਧਰਮ ਦੀ ਨੀਂਹ ਰੱਖਣ ਵਾਲਾ ਵੀ ਖੱਤਰੀ ਸੀ ਅਤੇ ਹੁਣ ਇਸ ਧਰਮ ਦਾ ਅੰਤ ਵੀ ਖੱਤਰੀ ਦੇ ਹੱਥੋਂ ਹੀ ਹੋਵੇਗਾ। ਨਾ ਸਿਰਫ ਲਖਪਤ ਰਾਏ ਨੇ ਸਿੱਖਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਆਗਿਆ ਮੰਗੀ, ਸਗੋਂ ਉਸਨੇ ਯਾਹੀਆ ਖਾਂ ਕੋਲੋਂ ਹਰ ਤਰ੍ਹਾਂ ਦੀ ਸਰਕਾਰੀ ਮਦਦ ਦੀ ਵੀ ਮੰਗ ਕੀਤੀ ਤਾਂ ਕਿ ਉਹ ਆਪਣੇ ਇਸ ਉਦੇਸ਼ ਵਿੱਚ ਸਫਲ ਹੋ ਸਕੇ। ਯਾਹੀਆ ਖਾਂ ਤਾਂ ਆਪ ਵੀ ਇਹੀ ਚਾਹੁੰਦਾ ਸੀ। ਉਹ ਲਖਪਤ ਰਾਏ ਦੁਆਰਾ ਸਿੱਖਾਂ ਵਿਰੁੱਧ ਕਿਸੇ ਵੀ ਪ੍ਰਕਾਰ ਦੀ ਕਾਰਵਾਈ ਕਰਨ ਲਈ ਮੰਨ ਗਿਆ। ਸਿੱਖਾਂ ਵਿਰੁੱਧ ਆਰੰਭਕ ਕਾਰਵਾਈ ਵਜੋਂ ਲਖਪਤ ਰਾਏ ਨੇ ਲਾਹੌਰ ਅਤੇ ਲਾਹੌਰ ਦੇ ਆਸ-ਪਾਸ ਦੇ ਪਿੰਡਾਂ ਵਿੱਚ ਵਸਦੇ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਨੂੰ ਕਤਲ ਕਰ ਦੇਣ ਦਾ ਹੁਕਮ ਜਾਰੀ ਕਰ ਦਿੱਤਾ। ਗ੍ਰਿਫਤਾਰ ਕੀਤੇ ਗਏ ਸਿੱਖਾਂ ਨੂੰ ਬੁੱਚੜਾਂ ਦੇ ਹਵਾਲੇ ਕਰ ਦਿੱਤਾ ਗਿਆ। ਉਹਨਾਂ ਨੂੰ ਕਤਲ ਕਰਨ ਲਈ 10 ਮਾਰਚ ਸੰਨ 1746 ਦਾ ਦਿਨ ਨਿਯਤ ਕੀਤਾ ਗਿਆ। 10 ਮਾਰਚ ਅਮਾਵਸ ਦਾ ਦਿਨ ਸੀ। ਲਖਪਤ ਰਾਏ ਦਾ ਇਹ ਹੁਕਮ ਸੁਣਦਿਆਂ ਹੀ ਨਗਰ ਦੇ ਕਈ ਪਤਵੰਤੇ ਹਿੰਦੂ ਅਤੇ ਸਹਿਜਧਾਰੀ ਸਿੱਖ ਉਸ ਕੋਲ ਆਏ। ਇਨ੍ਹਾਂ ਵਿੱਚ ਭਾਈ ਵੀਰ ਸਿੰਘ ਦੇ ਵਡੇਰਿਆਂ ਵਿੱਚੋਂ ਦੀਵਾਨ ਕੌੜਾ ਮਲ ਤੋਂ ਛੁੱਟ, ਦੀਵਾਨ ਲੱਛੀ ਰਾਮ, ਦੀਵਾਨ ਸੂਰਤ ਸਿੰਘ, ਭਾਈ ਦੇਸ ਰਾਜ ਅਤੇ ਚੌਧਰੀ ਜਵਾਹਰ ਮਲ ਸ਼ਾਮਿਲ ਸਨ। ਇਨ੍ਹਾਂ ਸਾਰਿਆਂ ਨੇ ਮਿਲ ਕੇ ਦੀਵਾਨ ਲਖਪਤ ਰਾਏ ਨੂੰ ਬੇਨਤੀ ਕੀਤੀ ਕਿ ਉਹ ਗ੍ਰਿਫਤਾਰ ਕੀਤੇ ਗਏ ਨਿਰਦੋਸ਼ ਸਿੱਖ ਪਰਿਵਾਰਾਂ ਨੂੰ ਛੱਡ ਦੇਵੇ। ਦੀਵਾਨ ਲਖਪਤ ਰਾਏ ਦੇ ਧਰਮ ਗੁਰੂ ਸੰਤ ਜਗਤ ਭਗਤ ਗੁਸਾਈ ਨੇ ਵੀ ਇਹੀ ਕਿਹਾ ਕਿ ਹਿੰਦੂਆਂ ਦੇ ਬਹੁਤ ਪਵਿੱਤਰ ਦਿਹਾੜੇ ਅਮਾਵਸ ਵਾਲੇ ਦਿਨ ਇਹਨਾਂ ਨੂੰ ਕਤਲ ਕਰਨਾ ਵੈਸੇ ਵੀ ਜਾਇਜ਼ ਨਹੀਂ। ਪਰ ਲਖਪਤ ਰਾਏ ਨੇ ਕਿਸੇ ਦੀ ਵੀ ਗੱਲ ਦੀ ਕੋਈ ਪਰਵਾਹ ਨਾ ਕੀਤੀ ਅਤੇ ਇਹਨਾਂ ਸਿੱਖਾਂ ਨੂੰ ਦਿੱਲੀ ਦਰਵਾਜ਼ੇ ਦੇ ਬਾਹਰ ਨਖਾਸ ਵਾਲੀ ਥਾਂ ਦੇ ਉੱਤੇ ਲਿਜਾ ਕੇ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ। ਹੁਣ ਫਿਰ ਸਿੱਖਾਂ ਲਈ ਕਸ਼ਟਾਂ ਦਾ ਦੌਰ ਸ਼ੁਰੂ ਹੋ ਗਿਆ ਸੀ। ਲਾਹੌਰ ਦੇ ਸਿੱਖਾਂ ਨੂੰ ਕਤਲ ਕਰਨ ਤੋਂ ਬਾਅਦ ਲਖਪਤ ਰਾਏ ਨੇ ਇਹ ਐਲਾਨ ਕਰ ਦਿੱਤਾ ਕਿ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗ੍ਰੰਥ ਨਹੀਂ ਕਹੇਗਾ, ਸਗੋਂ ਇਸ ਨੂੰ ਪੋਥੀ ਕਿਹਾ ਜਾਵੇਗਾ। ਇਸੇ ਤਰ੍ਹਾਂ ਗੁੜ ਸ਼ਬਦ ਤੇ ਵੀ ਪਾਬੰਦੀ ਲਗਾ ਦਿੱਤੀ ਗਈ, ਕਿਉਂਕਿ ਗੁੜ ਕਹਿਣ ਨਾਲ ਗੁਰ ਜਾਂ ਗੁਰੂ ਚੇਤੇ ਆਉਂਦਾ ਹੈ। ਗੁੜ ਲਈ ਸ਼ਬਦ ਰੋੜੀ ਪ੍ਰਚਲਿਤ ਕਰ ਦਿੱਤਾ ਗਿਆ। ਲਾਹੌਰ ਅਤੇ ਅੰਮ੍ਰਿਤਸਰ ਦੇ ਕਈ ਧਰਮ ਸਥਾਨ ਅਰਥਾਤ ਗੁਰਦੁਆਰੇ ਢਾਹ ਦਿੱਤੇ ਗਏ। ਅੰਮ੍ਰਿਤ ਸਰੋਵਰ ਨੂੰ ਮਿੱਟੀ ਅਤੇ ਕਚਰੇ ਨਾਲ ਭਰਵਾ ਦਿੱਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਨੂੰ ਜਾਂ ਤਾਂ ਸਾੜ ਦਿੱਤਾ ਗਿਆ ਜਾਂ ਫਿਰ ਉਹਨਾਂ ਨੂੰ ਖੂਹਾਂ ਵਿੱਚ ਸੁੱਟਵਾ ਦਿੱਤਾ ਗਿਆ। ਇਹ ਵੀ ਆਦੇਸ਼ ਜਾਰੀ ਕਰ ਦਿੱਤਾ ਗਿਆ ਕਿ ਇਹਨਾਂ ਹੁਕਮਾਂ ਦੀ ਅਵੱਗਿਆ ਕਰਨ ਵਾਲੇ ਦਾ ਪੇਟ ਚੀਰ ਕੇ ਉਸ ਨੂੰ ਮਾਰ ਦਿੱਤਾ ਜਾਵੇਗਾ। ਲਾਹੌਰ ਵਿੱਚ ਨਿਰਦੋਸ਼ ਸਿੱਖਾਂ ਨੂੰ ਕਤਲ ਕਰ ਦੇਣ ਮਗਰੋਂ ਲਖਪਤ ਰਾਏ ਇੱਕ ਵੱਡੀ ਸੈਨਾ ਲੈ ਕੇ ਸਿੱਖਾਂ ਦਾ ਸ਼ਿਕਾਰ ਕਰਨ ਲਈ ਨਿਕਲ ਪਿਆ। ਉਸ ਕੋਲ ਹਲਕਾ ਤੋਪਖਾਨਾ ਵੀ ਸੀ, ਘੁੜਸਵਾਰ ਵੀ ਅਤੇ ਪੈਦਲ ਸੈਨਿਕ ਵੀ ਸਨ। ਲਾਹੌਰ ਦਰਬਾਰ ਦੀ ਸੈਨਾ ਦੀ ਅਗਵਾਈ ਯਾਹੀਆ ਖਾਂ ਅਤੇ ਲਖਪਤ ਰਾਏ ਆਪ ਕਰ ਰਹੇ ਸਨ। ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣ ਲਈ ਮੁਲਤਾਨ, ਬਹਾਵਲਪੁਰ ਅਤੇ ਜਲੰਧਰ ਦਾ ਫੌਜਦਾਰ ਅਦੀਨਾ ਬੇਗ ਵੀ ਲਾਹੌਰ ਦੇ ਸੂਬੇ ਦੀ ਮਦਦ ਕਰ ਰਿਹਾ ਸੀ। ਇਸ ਤੋਂ ਇਲਾਵਾ ਪਹਾੜੀ ਰਾਜਿਆਂ ਨੂੰ ਵੀ ਸੁਚੇਤ ਕਰ ਦਿੱਤਾ ਗਿਆ ਕਿ ਸਿੱਖ ਪਹਾੜਾਂ ਵੱਲ ਨਾ ਨਿਕਲ ਜਾਣ। ਪਿੱਛਾ ਕਰ ਰਹੀ ਲਾਹੌਰ ਸੈਨਾ ਦੀ ਖਬਰ ਮਿਲਦਿਆਂ ਹੀ ਸਿੱਖਾਂ ਦੇ ਖਿੰਡੇ ਪੁੰਡੇ ਜੱਥੇ ਕਿਸੇ ਸੁਰੱਖਿਅਤ ਥਾਂ ਦੀ ਤਲਾਸ਼ ਵਿੱਚ ਸਨ। ਇਤਿਹਾਸਕਾਰ ਸਿੱਖ ਜੱਥਿਆਂ ਵਿੱਚ ਸਿੱਖਾਂ ਦੀ ਕੁੱਲ ਸੰਖਿਆ 15,000 ਦੱਸਦੇ ਹਨ। ਇਹ ਸਿੱਖ ਮਾਝੇ ਦੇ ਇਲਾਕੇ ਚੋਂ ਨਿਕਲ ਕੇ ਕਾਨੂੰਵਾਲ ਦੇ ਜੰਗਲਾਂ ਵਿੱਚ ਜਾ ਪਹੁੰਚੇ। ਇਹ ਥਾਂ ਗੁਰਦਾਸਪੁਰ ਤੋਂ 15 ਕਿਲੋਮੀਟਰ ਦੂਰ ਦੱਖਣ ਵਿੱਚ ਪੁਰਾਣੀ ਬਿਆਸ ਨਦੀ ਦੇ ਸੱਜੇ ਕੰਢੇ ਉੱਪਰ ਸੀ। ਸੰਘਣਾ ਜੰਗਲ ਹੋਣ ਕਰਕੇ ਪਿੱਛਾ ਕਰ ਰਹੀ ਮੁਗਲ ਸੈਨਾ ਦਾ ਇਸ ਜੰਗਲ ਵਿੱਚ ਦਾਖਲ ਹੋਣਾ ਬਹੁਤ ਮੁਸ਼ਕਿਲ ਸੀ। ਯਾਹੀਆ ਖਾਂ ਅਤੇ ਲਖਪਤ ਰਾਏ ਦੀਆਂ ਫੌਜਾਂ ਨੇ ਉੱਥੇ ਪਹੁੰਚ ਕੇ ਜੰਗਲ ਨੂੰ ਚਵਾਂ ਪਾਸਿਓਂ ਘੇਰ ਲਿਆ, ਜਿੱਥੇ ਸਿੱਖ ਪਨਾਹ ਲੈ ਕੇ ਰਹਿ ਰਹੇ ਸਨ। ਹਾਲਾਤ ਤੋਂ ਮਜਬੂਰ ਕੁਝ ਸਮਾਂ ਮੁਗਲਾਂ ਦਾ ਇਹ ਘੇਰਾ ਇਸੇ ਤਰ੍ਹਾਂ ਜਾਰੀ ਰਿਹਾ। ਫਿਰ ਉਹਨਾਂ ਨੇ ਜੰਗਲ ਦੇ ਇੱਕ ਹਿੱਸੇ ਨੂੰ ਕੱਟ ਕੇ ਅੰਦਰ ਵੜਨ ਦਾ ਰਸਤਾ ਬਣਾ ਲਿਆ। ਹੁਣ ਮੁਗਲ ਫੌਜਾਂ ਨੇ ਆਪਣੀਆਂ ਛੋਟੀਆਂ ਤੋਪਾਂ ਅਤੇ ਕੁੜ ਸੈਨਾ ਨਾਲ ਸਿੱਖਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਘਿਰੇ ਹੋਏ ਸਿੰਘਾਂ ਕੋਲ ਨਾ ਰਾਸ਼ਨ ਸੀ ਅਤੇ ਨਾ ਹੀ ਲੜਨ ਜੋਗਾ ਬਹੁਤ ਜੰਗੀ ਸਮਾਨ ਅਤੇ ਗੋਲਾ ਬਾਰੂਦ ਸੀ। ਸਿੱਖ ਇਸ ਹਮਲੇ ਦੀ ਮਾਰ ਨੂੰ ਨਾ ਚੱਲ ਸਕੇ ਅਤੇ ਉਹ ਜੰਗਲ ਵਿੱਚੋਂ ਬਾਹਰ ਨਿਕਲ ਕੇ ਦਰਿਆ ਰਾਵੀ ਵੱਲ ਹੋ ਤੁਰੇ। ਇਸ ਹਮਲੇ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ। ਦਰਿਆ ਰਾਵੀ ਨੂੰ ਪਾਰ ਕਰਕੇ ਉਹ ਪਰੋਲ ਅਤੇ ਕਥੂਆ ਪਹੁੰਚੇ। ਪਰੋਲ ਪਠਾਨਕੋਟ ਦੇ ਉੱਤਰ ਪੱਛਮ ਵੱਲ 24 ਕਿਲੋਮੀਟਰ ਦੂਰ ਸੀ ਅਤੇ ਕਥੂਆ ਪਰੋਲ ਤੋਂ 11 ਕਿਲੋਮੀਟਰ ਪੂਰਬ ਵੱਲ। ਇੱਥੇ ਵੀ ਉਹਨਾਂ ਨੂੰ ਸਿੱਖ ਵਿਰੋਧੀ ਸਥਾਨਕ ਲੋਕਾਂ ਵੱਲੋਂ ਭਾਰੀ ਨੁਕਸਾਨ ਉਠਾਉਣਾ ਪਿਆ।
ਲਖਪਤ ਰਾਏ ਅਜੇ ਵੀ ਬੜੀ ਤੇਜ਼ੀ ਨਾਲ ਉਹਨਾਂ ਦਾ ਪਿੱਛਾ ਕਰ ਰਿਹਾ ਸੀ। ਹੁਣ ਸਿੱਖ ਜਥਿਆਂ ਕੋਲ ਇੱਕੋ ਹੀ ਰਸਤਾ ਬਾਕੀ ਸੀ ਕਿ ਉਹ ਬਸੌਲੀ ਦੀਆਂ ਪਹਾੜੀਆਂ ਵੱਲ ਚਲੇ ਜਾਣ। ਇਤਿਹਾਸਕਾਰ ਡਾਕਟਰ ਗੰਡਾ ਸਿੰਘ ਸਿੱਖ ਇਤਿਹਾਸ ਵਿੱਚ ਲਿਖਦੇ ਹਨ ਕਿ ਉਸ ਵੇਲੇ ਸਥਿਤੀ ਬਹੁਤ ਮਾੜੀ ਸੀ। ਉਹਨਾਂ ਦੇ ਸਾਹਮਣੇ ਇੱਕ ਸਿੱਧਾ ਪਹਾੜ ਖਲੋਤਾ ਸੀ ਅਤੇ ਵੈਰੀ ਉਹਨਾਂ ਉੱਤੇ ਮੌਤ ਵਾਂਗ ਮੰਡਰਾ ਰਿਹਾ ਸੀ। ਉਹਨਾਂ ਦੇ ਸੱਜੇ ਪਾਸੇ ਹੜ੍ਹ ਆਇਆ ਹੋਇਆ ਦਰਿਆ ਸੀ ਅਤੇ ਪਿੱਛੋਂ ਵੈਰੀ ਦਲ ਬੜੀ ਤੇਜ਼ੀ ਨਾਲ ਅੱਗੇ ਵੱਧਦਾ ਚਲਾ ਆ ਰਿਹਾ ਸੀ। ਸਿੰਘਾਂ ਪਾਸ ਨਾ ਖੁਰਾਕ ਸੀ ਅਤੇ ਨਾ ਹੀ ਅਸਲਾ। ਉਹਨਾਂ ਦੇ ਘੋੜੇ ਵੀ ਕਮਜ਼ੋਰੀ ਕਰਕੇ ਪਹਾੜਾਂ ਤੇ ਚੜ੍ਹਨ ਤੋਂ ਅਸਮਰਥ ਸਨ। ਜਦੋਂ ਉਹਨਾਂ ਬਸੌਲੀ ਦੀਆਂ ਪਹਾੜੀਆਂ, ਜਿਹੜੀਆਂ ਕਿ ਪਠਾਨਕੋਟ ਅਤੇ ਡਲਹੌਜ਼ੀ ਦੇ ਵਿਚਕਾਰ ਹਨ, ਉਹਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉੱਤੋਂ ਪਹਾੜੀ ਲੋਕਾਂ ਨੇ ਉਹਨਾਂ ਉੱਪਰ ਪੱਥਰ ਅਤੇ ਗੋਲੀਆਂ ਵਰਸਾਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਲਾਹੌਰ ਦੇ ਸੂਬੇਦਾਰ ਦੇ ਆਦੇਸ਼ ਇੱਥੇ ਵੀ ਪਹੁੰਚ ਚੁੱਕੇ ਸਨ ਕਿ ਸਿੱਖਾਂ ਨੂੰ ਪਨਾਹ ਦੇਣ ਵਾਲਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਪਹਾੜਾਂ ਤੇ ਚੜ੍ਹਨ ਦਾ ਵਿਚਾਰ ਛੱਡ ਕੇ ਸਿੱਖ ਜਥਿਆਂ ਨੇ ਮਾਝੇ ਵੱਲ ਚਲੇ ਜਾਣ ਦਾ ਵਿਚਾਰ ਬਣਾ ਲਿਆ, ਪਰ ਦਰਿਆ ਰਾਵੀ ਵਿੱਚ ਹੜ੍ਹ ਆਇਆ ਹੋਣ ਕਰਕੇ ਨਦੀ ਨੂੰ ਪਾਰ ਕਰ ਸਕਣਾ ਸੰਭਵ ਨਹੀਂ ਸੀ। ਹੁਣ ਸਿੰਘਾਂ ਨੇ ਫੈਸਲਾ ਕੀਤਾ ਕਿ ਜਿਹੜੇ ਪੈਦਲ ਹਨ ਉਹ ਕਿਸੇ ਤਰ੍ਹਾਂ ਪਹਾੜਾਂ ਤੇ ਚੜ੍ਹ ਕੇ ਉੱਥੇ ਪਨਾਹ ਲੈ ਲੈਣ ਅਤੇ ਜਿਨ੍ਹਾਂ ਕੋਲ ਘੋੜੇ ਹਨ ਉਹ ਵੈਰੀ ਦਲਾਂ ਨੂੰ ਚੀਰਦੇ ਅਤੇ ਜੰਗ ਕਰਦੇ ਅੱਗੇ ਨਿਕਲ ਜਾਣ। ਜਿਹੜੇ ਸਿੰਘ ਪਹਾੜਾਂ ਦੀਆਂ ਤਕਲੀਫਾਂ ਚੱਲਦੇ ਕਿਸੇ ਤਰ੍ਹਾਂ ਮੰਡੀ ਅਤੇ ਕੁੱਲੂ ਆਦਿ ਥਾਵਾਂ ਤੇ ਪਹੁੰਚ ਵੀ ਗਏ, ਉਹਨਾਂ ਨੂੰ ਉੱਥੇ ਜਾ ਕੇ ਬੜੇ ਕਸ਼ਟ ਝੱਲਣੇ ਪਏ ਅਤੇ ਉਹ 6 ਮਹੀਨੇ ਮਗਰੋਂ ਫਿਰ ਕੀਰਤਪੁਰ ਦੇ ਸਥਾਨ ਤੇ ਆ ਕੇ ਖਾਲਸੇ ਦੇ ਦਲ ਨਾਲ ਮਿਲ ਗਏ ਸਨ। ਜਿਨ੍ਹਾਂ ਸਿੱਖਾਂ ਕੋਲ ਘੋੜੇ ਸਨ ਉਹਨਾਂ ਦੀ ਅਗਵਾਈ ਸਰਦਾਰ ਸੁੱਖਾ ਸਿੰਘ ਕਰ ਰਹੇ ਸਨ। ਵੈਰੀ ਦਲਾਂ ਨੂੰ ਚੀਰ ਕੇ ਨਿਕਲ ਜਾਣ ਦੇ ਉਦੇਸ਼ ਨਾਲ ਉਹ ਲਖਪਤ ਦੀਆਂ ਫੌਜਾਂ ਨਾਲ ਭਿੜ ਪਏ। ਹਰ ਪਾਸਿਓਂ ਦੀ ਘਿਰੇ ਹੋਣ ਕਰਕੇ ਸੈਂਕੜੇ ਸਿੱਖ ਇਸ ਲੜਾਈ ਵਿੱਚ ਸ਼ਹੀਦ ਹੋ ਗਏ ਅਤੇ ਕਈਆਂ ਨੂੰ ਬੰਦੀ ਬਣਾ ਕੇ ਲਾਹੌਰ ਭੇਜ ਦਿੱਤਾ ਗਿਆ। ਇਸ ਲੜਾਈ ਵਿੱਚ ਸਰਦਾਰ ਸੁੱਖਾ ਸਿੰਘ ਬੜੀ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਗਏ ਅਤੇ ਮਗਰੋਂ ਸ਼ਹਾਦਤ ਦਾ ਜਾਮ ਪੀ ਗਏ। ਜਿਹੜੇ ਸਿੰਘ ਕਿਸੇ ਤਰ੍ਹਾਂ ਬਚ ਕੇ ਜੰਗਲਾਂ ਵੱਲ ਨਿਕਲ ਗਏ, ਉਹਨਾਂ ਉੱਪਰ ਸਥਾਨਕ ਅਫਗਾਨਾਂ ਅਤੇ ਮੁਗਲਾਂ ਨੇ ਹਮਲਾ ਕਰਕੇ ਅਨੇਕ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਇਹ ਲੋਕ ਸਿੰਘਾਂ ਨੂੰ ਮਾਰਨ ਅਤੇ ਲੁੱਟਣ ਲਈ ਹੀ ਸੈਨਾ ਵਿੱਚ ਭਰਤੀ ਕੀਤੇ ਜਾਂਦੇ ਸਨ। ਇਸ ਲੜਾਈ ਵਿੱਚ ਜਲੰਧਰ ਦਾ ਫੌਜਦਾਰ ਅਦੀਨਾ ਬੇਗ ਵੀ ਲਖਪਤ ਅਤੇ ਯਾਹੀਆ ਖਾਨ ਦੀ ਪੂਰੀ ਤਰ੍ਹਾਂ ਮਦਦ ਕਰ ਰਿਹਾ ਸੀ। ਇਸ ਘੱਲੂਘਾਰੇ ਵਿੱਚ ਜੋ ਥੋੜੇ ਬਹੁਤ ਸਿੰਘ ਬਚ ਗਏ ਸਨ, ਉਹ ਰਾਵੀ ਪਾਰ ਕਰਕੇ ਗੁਰਦਾਸਪੁਰ ਦੇ ਰਿਆਕੜੀ ਇਲਾਕੇ ਵਿੱਚ ਚਲੇ ਜਾਣਾ ਚਾਹੁੰਦੇ ਸਨ। ਪਰ ਜਦੋਂ ਰਾਵੀ ਦੇ ਪੂਰਬੀ ਕੰਢੇ ਉੱਤੇ ਪਹੁੰਚੇ ਤਾਂ ਸੂਰਜ ਦੀ ਤਪਸ਼ ਅਤੇ ਗਰਮੀ ਕਰਕੇ ਰੇਤ ਤਪ ਰਹੀ ਸੀ। ਉਧਰੋਂ ਭੁੱਖ, ਉਧਰੋਂ ਜ਼ਖਮਾਂ ਦੀ ਪੀੜ ਅਤੇ ਪਾਣੀ ਦੀ ਪਿਆਸ ਕਰਕੇ ਉਹਨਾਂ ਦਾ ਬੁਰਾ ਹਾਲ ਸੀ। ਇਤਿਹਾਸਕਾਰ ਡਾਕਟਰ ਹਰੀਰਾਮ ਗੁਪਤਾ ਲਿਖਦੇ ਹਨ, ਅੱਧੀ ਮੌਤ ਮੁਸਾਫਰੀ ਸਾਰੀ ਮੌਤ ਸੁਪੁਖ, ਉਹਾਂ ਆਏ ਦੋ ਮਿਲੀ ਯਹ ਪਇਓ ਖਾਲਸੇ ਦੁੱਖ। ਇਤਿਹਾਸਕਾਰ ਲਿਖਦੇ ਹਨ ਕਿ ਅੱਗ ਵਾਂਗ ਭਖਦੀ ਰੇਤ ਦਾ ਇਹ ਇਲਾਕਾ 3 ਕਿਲੋਮੀਟਰ ਤੋਂ ਵੀ ਵੱਧ ਸੀ। ਨਾ ਸਿੱਖਾਂ ਦੇ ਪੈਰਾਂ ਵਿੱਚ ਜੁੱਤੀਆਂ ਸਨ ਅਤੇ ਨਾ ਹੀ ਗਰਮੀ ਤੋਂ ਬਚਣ ਦਾ ਕੋਈ ਹੋਰ ਸਾਧਨ। ਉਹਨਾਂ ਆਪਣੇ ਸਰੀਰ ਉੱਤੇ ਪਾਏ ਹੋਏ ਕੱਪੜਿਆਂ ਦੀਆਂ ਲੀਰਾਂ ਪਾੜ-ਪਾੜ ਕੇ ਆਪਣੇ ਪੈਰਾਂ ਤੇ ਬੰਨੀਆਂ ਤਾਂ ਕਿ ਤਪਦੀ ਰੇਤ ਦਾ ਇਹ ਪੈਂਡਾ ਕਿਸੇ ਤਰ੍ਹਾਂ ਪਾਰ ਕੀਤਾ ਜਾ ਸਕੇ। ਕਈ ਦਿਨਾਂ ਦੇ ਭੁੱਖੇ ਅਤੇ ਪਿਆਸੇ ਸਿੰਘਾਂ ਨੇ ਰੋਟੀਆਂ ਪਕਾਉਣ ਲਈ ਆਪਣੀਆਂ ਢਾਲਾਂ ਨੂੰ ਪੁੱਠੀਆਂ ਕਰਕੇ ਰੇਤ ਦੇ ਉੱਤੇ ਖਿਲਾਰ ਦਿੱਤੀਆਂ। ਢਾਲਾਂ ਦੇ ਪਿਛਲੇ ਭਾਗ ਨੂੰ ਤਵੇ ਵਾਂਗ ਵਰਤ ਕੇ ਕੱਚੀਆਂ ਪੱਕੀਆਂ ਰੋਟੀਆਂ ਸੇਕ ਕੇ ਆਪਣੇ ਪੇਟ ਦੀ ਅੱਗ ਬੁਝਾਈ। ਔਕੜਾ ਚਲਦੇ ਇਹ ਸਿੰਘ ਕਿਸੇ ਤਰ੍ਹਾਂ ਹਰਗੋਬਿੰਦਪੁਰ ਪਹੁੰਚੇ। ਇੱਥੇ ਪਹੁੰਚ ਕੇ ਉਹਨਾਂ ਨੇ ਬਿਆਸਾ ਨਦੀ ਪਾਰ ਕੀਤੀ। ਨਦੀ ਲੰਘ ਕੇ ਉਹ ਯਾਹੀਆਪੁਰ ਦੇ ਸਥਾਨ ਤੇ ਪਹੁੰਚੇ ਹੀ ਸਨ ਕਿ ਇੱਥੋਂ ਦੇ ਸਥਾਨਕ ਪਠਾਨਾਂ ਦੀ ਇੱਕ ਟੋਲੀ ਨੇ ਉਹਨਾਂ ਦੇ ਉੱਤੇ ਟੁੱਟ ਕੇ ਵਾਰ ਕੀਤਾ। ਇਸ ਤੋਂ ਪਹਿਲੇ ਕਿ ਸਿੰਘ ਇਹਨਾਂ ਨੂੰ ਨਜਿੱਠ ਸਕਦੇ, ਉਹਨਾਂ ਨੂੰ ਖਬਰ ਮਿਲੀ ਕਿ ਲਖਪਤ ਵੀ ਆਪਣੀ ਸੈਨਾ ਨਾਲ ਨਦੀ ਪਾਰ ਕਰ ਚੁੱਕਾ ਹੈ ਅਤੇ ਉਹ ਕਿਸੇ ਵੇਲੇ ਵੀ ਉਹਨਾਂ ਉੱਤੇ ਹਮਲਾ ਕਰ ਸਕਦਾ ਹੈ। ਸੂਚਨਾ ਮਿਲ ਜਾਣ ਮਗਰੋਂ ਹੁਣ ਇਹ ਥਾਂ ਤੇ ਰੁਕਣਾ ਖਤਰੇ ਤੋਂ ਖਾਲੀ ਨਹੀਂ ਸੀ। ਉਹ ਇੱਥੋਂ ਕੂਚ ਕਰਕੇ ਸਤਲੁਜ ਵੱਲ ਟੁਰ ਪਏ। ਅਲੀਵਾਲ ਦੇ ਸਥਾਨ ਉੱਤੇ ਦਰਿਆ ਪਾਰ ਕਰਕੇ ਉਹ ਮਾਲਵੇ ਵਿੱਚ ਦਾਖਲ ਹੋ ਗਏ। ਲਖਪਤ ਵੀ ਸਿੰਘਾਂ ਦਾ ਪਿੱਛਾ ਕਰਦੇ ਕਰਦੇ ਥੱਕ ਚੁੱਕਾ ਸੀ। ਉਸ ਵਿੱਚ ਵੀ ਹੁਣ ਹੋਰ ਪਿੱਛਾ ਕਰਨ ਦੀ ਹਿੰਮਤ ਨਹੀਂ ਸੀ ਰਹੀ। ਉਹ ਇੱਥੋਂ ਹੀ ਵਾਪਸ ਲਾਹੌਰ ਪਰਤ ਗਿਆ। ਸਿੰਘਾਂ ਅਤੇ ਮੁਗਲ ਫੌਜਾਂ ਦੀਆਂ ਇਹ ਲੜਾਈਆਂ, ਜਿਨ੍ਹਾਂ ਦੀ ਕਮਾਨ ਲਖਪਤ ਰਾਏ ਕਰ ਰਿਹਾ ਸੀ, ਮਾਰਚ 1746 ਤੋਂ ਸ਼ੁਰੂ ਹੋ ਕੇ ਮਈ 1746 ਦੇ ਅਖੀਰ ਤੱਕ ਜਾਰੀ ਰਹੀਆਂ। ਇਸ ਘੱਲੂਘਾਰੇ ਵਿੱਚ 7000 ਸਿੰਘ ਸ਼ਹੀਦ ਹੋਏ ਅਤੇ 3000 ਸਿੰਘਾਂ ਨੂੰ ਬੰਦੀ ਬਣਾ ਕੇ ਲਾਹੌਰ ਲਿਆਂਦਾ ਗਿਆ ਅਤੇ ਫਿਰ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਦਾ ਮਜ਼ਾਕ ਉਡਾਉਣ ਲਈ ਉਹਨਾਂ ਦੇ ਸਿਰਾਂ ਉੱਤੇ ਕਾਗਜ਼ ਦੀਆਂ ਟੋਪੀਆਂ ਪਾਈਆਂ ਗਈਆਂ। ਉਹਨਾਂ ਨੂੰ ਮੈਲੇ ਕੁਚੈਲੇ ਅਤੇ ਮਰੀਅਲ ਜਿਹੇ ਊਂਠਾਂ ਤੇ ਬਿਠਾ ਕੇ ਸ਼ਹਿਰ ਦੀਆਂ ਸੜਕਾਂ ਤੇ ਫਿਰਾਇਆ ਗਿਆ ਅਤੇ ਫਿਰ ਅਨੇਕ ਪ੍ਰਕਾਰ ਦੀਆਂ ਯਾਤਨਾਵਾਂ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਮਗਰੋਂ ਸ਼ਹੀਦ ਕੀਤੇ ਗਏ ਸਿੰਘਾਂ ਦੇ ਸਿਰਾਂ ਦੇ ਮੀਨਾਰ ਚਿਣੇ ਗਏ। ਇਸ ਪ੍ਰਕਾਰ ਦੀਵਾਨ ਲਖਪਤ ਰਾਏ ਨੇ ਨਵਾਬ ਯਾਹੀਆ ਖਾਨ ਦੀ ਮਦਦ ਨਾਲ ਸਿੰਘਾਂ ਦਾ ਸ਼ਿਕਾਰ ਕਰਕੇ ਆਪਣੇ ਮਨ ਦੀ ਅੱਗ ਨੂੰ ਸ਼ਾਂਤ ਕੀਤਾ। ਉਸ ਨੂੰ ਇਸ ਗੱਲ ਦੀ ਤਸੱਲੀ ਸੀ ਅਤੇ ਉਹ ਇਹ ਸਮਝਦਾ ਸੀ ਕਿ ਨਾ ਸਿਰਫ ਉਸਨੇ ਆਪਣੇ ਭਰਾ ਜਸਪਤ ਰਾਏ ਦੀ ਮੌਤ ਦਾ ਹੀ ਬਦਲਾ ਇਹਨਾਂ ਕੋਲੋਂ ਲਿਆ ਹੈ, ਸਗੋਂ ਇਹਨਾਂ ਨੂੰ ਅਜਿਹਾ ਕੁਚਲ ਦਿੱਤਾ ਹੈ ਕਿ ਹੁਣ ਇਹਨਾਂ ਵਿੱਚ ਦੁਬਾਰਾ ਉੱਠਣ ਜੋਗੀ ਹਿੰਮਤ ਨਹੀਂ ਰਹੇਗੀ।
ਪਰ ਕਦੇ ਨਾ ਝੁਕਣ ਵਾਲੇ ਖਾਲਸੇ ਨੇ ਅਗਲੇ ਹੀ ਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸਾਖੀ ਦਾ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਅਤੇ ਇਹ ਮਤਾ ਪਾਸ ਕੀਤਾ ਕਿ ਅੰਮ੍ਰਿਤਸਰ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਇੱਕ ਕਿਲ੍ਹਾ ਉਸਾਰਿਆ ਜਾਵੇ, ਜੋ ਬਾਅਦ ਵਿੱਚ ਰਾਮ ਰੌਣੀ ਦੇ ਨਾਮ ਨਾਲ ਪ੍ਰਸਿੱਧ ਹੋਇਆ। ਇਸ ਤਰ੍ਹਾਂ ਸਿੱਖਾਂ ਨੇ ਲਖਪਤ ਰਾਏ ਦੇ ਸਾਰੇ ਦਾਅਵੇ ਝੂਠੇ ਕਰਕੇ ਉਸ ਦੇ ਹੰਕਾਰ ਨੂੰ ਖਤਮ ਕਰ ਦਿੱਤਾ। ਕਈ ਇਤਿਹਾਸਕਾਰ ਇਸ ਘੱਲੂਘਾਰੇ ਦੀ ਤਾਰੀਖ 10 ਜੂਨ 1746 ਨਿਸ਼ਚਿਤ ਕਰਦੇ ਹਨ। ਸਿੱਖ ਇਤਿਹਾਸ ਦੀ ਇਸ ਦੁਖਦਾਈ ਘਟਨਾ ਨੂੰ ਇਤਿਹਾਸ ਵਿੱਚ ਛੋਟਾ ਘੱਲੂਘਾਰਾ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਵੱਡਾ ਘੱਲੂਘਾਰਾ 16 ਸਾਲ ਮਗਰੋਂ ਕੁਪਰੋਹੀੜਾ ਦੇ ਸਥਾਨ ਉੱਤੇ 5 ਫਰਵਰੀ 1762 ਈਸਵੀ ਨੂੰ ਵਾਪਰਿਆ, ਜਿਸ ਵਿੱਚ 30,000 ਤੋਂ ਲੈ ਕੇ 40,000 ਤੱਕ ਸਿੱਖ ਬੱਚੇ, ਬੁੱਢੇ, ਜਵਾਨ ਅਤੇ ਬੀਬੀਆਂ ਨੂੰ ਕਤਲ ਕਰ ਦਿੱਤਾ ਗਿਆ। ਦਿੱਲੀ ਦਰਵਾਜ਼ੇ ਦੇ ਬਾਹਰ ਲਾਹੌਰ ਨਖਾਸ ਦੇ ਸਥਾਨ ਤੇ ਜਿੱਥੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ, ਸਿੱਖ ਰਾਜ ਦੇ ਸਮੇਂ ਅਰਥਾਤ 1799 ਤੋਂ ਲੈ ਕੇ 1849 ਦੇ ਦਰਮਿਆਨ ਉੱਥੇ ਸ਼ਹੀਦ ਗੰਜ ਉਸਾਰਿਆ ਗਿਆ ਸੀ। 1947 ਵਿੱਚ ਦੇਸ਼ ਦੀ ਵੰਡ ਮਗਰੋਂ ਇਹ ਅਸਥਾਨ ਪਾਕਿਸਤਾਨ ਵਿੱਚ ਚਲਾ ਗਿਆ ਹੈ। ਸਿੱਖਾਂ ਦਾ ਇਤਿਹਾਸ ਬਹੁਤ ਹੀ ਬਹਾਦੁਰੀ ਅਤੇ ਜ਼ਿੰਦਾ ਦਿਲੀ ਦਾ ਇਤਿਹਾਸ ਹੈ। ਛੋਟਾ ਘੱਲੂਘਾਰਾ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਜੇ ਮੇਰੇ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮੈਂ ਉਸ ਦੀ ਖਿਮਾ ਚਾਹੁੰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।